ਤੁਹਾਡਾ ਇੱਕ ਬਿਆਨ ਸੀ ਕਿ 40 ਲੱਖ ਟਰੈਕਟਰ ਪਾਰਲੀਮੈਂਟ ਵੱਲ ਲੈ ਕੇ ਜਾਵਾਂਗੇ। ਉਸ ਤੋਂ ਬਾਅਦ ਤੁਹਾਡੇ ਜਿਹੜੇ ਭਾਈਵਾਲ ਨੇ ਕਿਸਾਨ ਆਗੂ ਨੇ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨਾਲ ਬੜੀ ਨਾਰਾਜ਼ਗੀ ਜਤਾਈ। ਕਹਿੰਦੇ ਕਿ ਟਕੈਤ ਸਾਹਿਬ ਦਾ ਆਪਣਾ ਬਿਆਨ ਹੋ ਸਕਦਾ ਪਰ ਸਾਡਾ ਇਹਦੇ ਨਾਲ ਕੋਈ ਇਤਫਾਕ ਨਹੀਂ। इतना गुस्सा और इतना गर्म मिजाजी तो ये तो बर्बाद कर देगा पूरा। ਜਿਹੜੇ ਪੰਜਾਬ ਦੇ ਲੀਡਰ ਨੇ ਇਸ ਵੇਲੇ ਤੁਹਾਨੂੰ ਸਭ ਮੰਨਦੇ ਨੇ ਕਿ ਜਿਹੜੇ ਰਕੇਸ਼ ਟਕੈਤ ਨੇ ਉਹ ਵੱਡੇ ਲੀਡਰ ਬਣਦੇ ਜਾ ਰਹੇ ਨੇ। ਕੀ ਲੱਗਦਾ ਕੀ ਹੈ ਕਿ ਸਿਆਸੀ ਪਾਰੀ ਵੀ ਖੇਡਣ ਦੀ ਤਿਆਰੀ ਹੈ? वो नहीं होना चाहिए, आपस में टकराव हो जाएंगे और जो सरकार के लोग हैं ये यही चाहते हैं कि आपस में लोग टकराव करें। ਲੋਕ ਕਹਿੰਦੇ ਕਿ ਨਰੇਸ਼ ਟਕੈਤ ਜੀ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਅੰਦਰ ਖਾਤੇ ਦਿਲ ਦੇ ਵਿੱਚ ਰੱਖਦੇ ਨੇ ਕਿ ਭਾਜਪਾ ਪ੍ਰਤੀ ਬਹੁਤ ਨਰਮ ਨੇ। ਕਹਿੰਦੇ ਚਾੜ ਦਿੱਤੀ ਗੱਡੀ ਅੱਜ ਉਸੇ ਹੀ ਟਰੈਕ ਤੇ ਧਰਨੇ 'ਚ ਜਾਣ ਪਾ ਗਏ ਅਥਰੂ ਟਕੈਤ ਦੇ। ਇਹਨਾਂ ਗੱਲਾਂ ਨੂੰ ਜਦੋਂ ਟਰਾਲੀਆਂ ਦੇ ਉੱਤੇ ਲਿਖਿਆ ਪੜ੍ਹਦੇ ਹਾਂ ਤੇ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਕਿਸਾਨ ਆਗੂ ਜਦੋਂ ਵੀ ਪਹਿਲਾਂ ਪੰਜਾਬ ਦੇ ਕਿਸਾਨ ਆਗੂਆਂ ਦੀ ਗੱਲ ਤੁਰਦੀ ਹੈ ਤੇ ਜਦੋਂ ਕੋਈ ਨਾਮ ਚਿਹਰਾ ਸਾਹਮਣੇ ਆਉਂਦਾ ਨੈਸ਼ਨਲ ਲੀਡਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਰਕੇਸ਼ ਟਕੈਤ ਦਾ ਨਾਮ ਸਾਹਮਣੇ ਆਉਂਦਾ ਹੈ। ਤੇ ਸਾਡੇ ਨਾਲ ਰਕੇਸ਼ ਟਕੈਤ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਅੰਦੋਲਨ ਚੱਲ ਰਿਹਾ, ਅਗਲੀ ਰੂਪਰੇਖਾ ਕੀ ਹੋਏਗੀ। ਟਕੈਤ ਸਾਹਿਬ, ਪੰਜਾਬ ਦੇ ਲੋਕ ਤਾਂ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਯੂਪੀ ਵਾਲੇ ਤਾਂ ਪਹਿਲਾਂ ਹੀ ਪਿਆਰ ਕਰਦੇ ਸੀ, ਉਹ ਪੰਜਾਬ ਹਰਿਆਣੇ ਵਾਲੇ ਜ਼ਿਆਦਾ ਪਿਆਰ ਕਰਨ ਲੱਗੇ। ਟਰਾਲੀਆਂ ਦੇ ਉੱਤੇ ਤੁਹਾਡੇ ਪੋਸਟਰ ਲੱਗੇ ਨੇ। तो मैं भी तो पंजाब के ही भाई, हमारा असली घर तो पंजाब है। मन से ही तो है हम। ਜਦੋਂ ਟਰਾਲੀਆਂ ਦੇ ਉੱਤੇ ਆਪਣੇ ਪੋਸਟਰ ਲੱਗੇ ਦੇਖਦੇ ਹੋ ਤਾਂ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਉਹਨੂੰ? पोस्टर तो हमारे क्या, पोस्टर तो किसान के पोस्टर लग रहे। हम तो आंदोलन पहले भी करते थे, आंदोलन अब भी आंदोलन कर रहे। और 2002 में तो पार्लियामेंट पर ताला लगा दिया था। तो ये तो आंदोलन सब जगह से चलते हैं, ऐसा कुछ नहीं है कि हमने कुछ करा, हमने कुछ नहीं करा, तो सब किसानों का हुआ है। ये आंदोलन किसानों का आंदोलन, ये चलता रहेगा। ਕਿੱਦਾਂ ਦੇਖ ਰਹੇ ਹੋ ਅੰਦੋਲਨ ਨੂੰ? ਕਿੱਥੇ ਖੜਾ ਦੇਖਦੇ ਹੋ ਇਸ ਵੇਲੇ ਅੰਦੋਲਨ ਨੂੰ? ਕਿਉਂਕਿ ਸਰਕਾਰ ਦੇ ਨਾਲ ਵੀ ਗੱਲਬਾਤ ਟੁੱਟੀ ਹੋਈ ਹੈ। ਦੂਜੇ ਪਾਸੇ ਜਦੋਂ ਸਰਕਾਰ ਦੀ ਆਪਾਂ ਤਰਕ ਸੁਣਦੇ ਆ ਤਾਂ ਉਹ ਕਹਿੰਦੇ ਨੇ ਗੱਲਬਾਤ ਲਈ ਤਿਆਰ ਆ। ਦੂਜੇ ਪਾਸੇ ਕਿਸਾਨ ਆਗੂ ਵੀ ਕਹਿੰਦੇ ਨੇ ਕਿ ਗੱਲਬਾਤ ਲਈ ਅਸੀਂ ਵੀ ਤਿਆਰ ਆ। ਤੇ ਗੱਲਬਾਤ ਰੁਕੀ ਕਿੱਥੇ ਹੋਈ ਹੈ? ਤੁਸੀਂ ਕਹਿੰਦੇ ਹੋ ਕਿ ਗੱਲਬਾਤ ਲਈ ਅਸੀਂ ਵੀ ਤਿਆਰ ਆ ਤੇ ਉਹ ਕਹਿੰਦੇ ਉਹ ਵੀ ਤਿਆਰ ਨੇ, ਪਰ ਡੈਡ ਲੋਕ ਫਿਰ ਵੀ ਬਰਕਰਾਰ ਹੈ। ਇਹ ਕਦੇ ਟੁੱਟੇਗਾ ਡੈਡ ਲੋਕ? सरकार नहीं बात करना चाहती, जो इशू हैं उस पर सरकार नहीं बात कर रही अभी। वो 3 बिल वापसी नहीं ले रही, MSP पर कानून नहीं बनाना चाहती। वो वैसे ही इस आंदोलन को लंबा ये चलें कि लंबा चलकर इसका ऐसे ही इस आंदोलन का समापन हो जाए। वो गलतफहमी में है उनकी। ये किसान घर नहीं ऐसे जाएगा। ਸਭ ਤੁਹਾਨੂੰ ਲੱਗਦਾ ਕਿ ਜੇਕਰ 3 ਕਾਨੂੰਨ ਵਾਪਸ ਹੁੰਦੇ ਨੇ ਤਾਂ ਕਿਸਾਨਾਂ ਦਾ ਸਾਰਾ ਮਸਲਾ ਹੱਲ ਹੋ ਜਾਊਗਾ, ਕਿਸਾਨ ਖੁਸ਼ਹਾਲ ਹੋ ਜਾਣਗੇ, ਭੰਗੜੇ ਪਾਉਂਦੇ ਘਰ ਚਲ ਜਾਣਗੇ? ਤੁਹਾਨੂੰ ਲੱਗਦਾ ਕਿ ਇਦਾਂ ਉਹਨਾਂ ਦੀ ਜ਼ਿੰਦਗੀ ਹੋ ਸਕਦੀ ਹੈ? ऐसा नहीं है। MSP पे भी कानून बनेगा। और बहुत मसले हैं, वो भी सरकार से ही बातचीत होगी। ऐसा नहीं है कि सरकार ने 3 कानून वापसी ले लिए और उसका पूरा समाधान हो गया। MSP पे कानून बनेगा। स्वामीनाथन वाली कमेटी की रिपोर्ट है, बिजली अमेंडमेंट बिल है, सीड बिल है, पेस्टिसाइड बिल है, बहुत से चीज़ें हैं, बहुत से सवाल है, मंडी ये हैं, तो बहुत से सवाल है। और बहुत शांतिपूर्ण तरीके से सरकार को बातचीत करनी चाहिए और अपनी ईगो को छोड़ के सरकार बात करे। ਸਰਕਾਰ ਨੇ 2 ਆਰਡੀਨੈਂਸ ਵਾਪਸ ਲੈਣ ਦੀ ਗੱਲਬਾਤ ਪਹਿਲਾਂ ਕਹੀ ਸੀਗੀ ਕਿ ਅਸੀਂ 2 ਆਰਡੀਨੈਂਸ ਵਾਪਸ ਲੈਣੇ ਆ, ਪਰ ਉਸ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਈ। ਨਾ ਤਾਂ ਕੋਈ ਨੋਟੀਫਿਕੇਸ਼ਨ ਕਿਸਾਨ ਆਗੂਆਂ ਨੇ ਮੰਗੀ ਹੈ, ਨਾ ਨੋਟੀਫਿਕੇਸ਼ਨ ਸਰਕਾਰ ਨੇ ਦਿੱਤੀ। ਹਾਲਾਂਕਿ ਕਿਹਾ ਜਾਂਦਾ ਸੀ ਕਿ 2 ਬਿੱਲ ਤਾਂ ਸਰਕਾਰ ਨੇ ਵਾਪਸ ਲੈ ਲਏ, 2 ਆਰਡੀਨੈਂਸ ਤਾਂ ਸਰਕਾਰ ਨੇ ਵਾਪस ले ले। चलो और भी बहुत सवाल है ना। जब अभी बातचीत ख़त्म है अभी तो ऑर्डिनेंस लेने की बात और उसकी तो बात तो सेकंड फेज में आएगी। जब बातचीत शुरू होगी, कमेटियाँ बनेगी, कमेटी बहुत से सवाल होंगे, उस पर फिर बातचीत शुरू होगी। तो ऐसे नहीं कि ये मामले अभी आए और अभी ख़त्म हो गए, ऐसे नहीं है। ये मामले बातचीत से चलते रहेंगे सरकार से, और बहुत से सवाल आएंगे जिसमें सरकार को हर उस पर बातचीत करनी पड़ेगी। 26
ਦੀ ਘਟਨਾ ਤੋਂ ਬਾਅਦ ਹੁਣ ਜਿਹੜੀ ਸਭ ਤੋਂ ਪਹਿਲੀ ਮੰਗ ਹੈ, ਪਹਿਲਾਂ ਹੁੰਦੀ ਸੀ ਕਿ 3 ਖੇਤੀ ਕਾਨੂੰਨ ਰੱਦ ਹੋਣ, ਹੁਣ ਸਭ ਤੋਂ ਪਹਿਲੀ ਮੰਗ ਹੈ ਉਹ ਇਹੀ ਹੋਗੀ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰੋ। ਇਹ ਮੰਗ ਕਿੱਦਾਂ ਦੇਖਦੇ ਹੋ ਕਿ ਕਿੰਨੀ ਕੁ ਜ਼ਰੂਰੀ ਹੋ ਗਈ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਨੌਜਵਾਨ ਜੇਲ੍ਹ ਦੇ ਵਿੱਚ ਹੈ? ਗੱਲਬਾਤ ਸਾਡੀ ਕਿਸੇ ਹੋਰ ਟਰੈਕ ਤੇ ਹੋਣੀ ਸੀ, ਗੱਲਬਾਤ ਹੁਣ ਅਸੀਂ ਕਿਸੇ ਹੋਰ ਟਰੈਕ ਦੇ ਉੱਤੇ ਕਰੀ ਜਾਂਦੇ ਹਾਂ, ਕਿਉਂਕਿ ਪਹਿਲਾਂ ਤਾਂ ਗੱਲ ਖੇਤੀ ਕਾਨੂੰਨਾਂ ਦੇ ਉੱਤੇ ਖੜੀ ਸੀ, ਹੁਣ ਪਹਿਲਾਂ ਕਹਿੰਦੇ ਨੇ कि खेती कानून के बाद गल होगी, पहले नौजवानों को रिहा करो। इनू कितना देखो? नहीं, पहली बात खेती कानून की बात होगी, एमएसपी की बात होगी। मुकदमे जो बच्चे हैं वो उसमें हमारे एडवोकेट सब लगे हुए हैं, वो 3rd लाइन पे बातचीत होगी, क्योंकि उसको हम पहले उस पर नहीं जाएंगे। अगर पहले पे जाएंगे तो जो पूरा खेती कानून है वो पूरा बर्बाद हमारा होगा। वो भी एक बातचीत का हिस्सा होगा, ठीक है, वो भी बातचीत का हिस्सा होगा। ये नहीं उसको कह सकते कि पहली कौन सी होगी और बाद में कौन सी होगी। अगर हम 1 रुपये से शुरू करते हैं चीज़ें और 100 रुपये बाद में आते हैं, अगर ये कह लगे जी 100 रुपये से शुरू करो, कीमत उसकी ज़्यादा है बाद वाले की और शुरू 100 होगा, तो ये सारी चीज़ें एक ही उससे जुड़ी हुई है। सारी चीज़ें जब भी बातचीत होगी सारी ही बात होगी। ਤੁਹਾਡਾ ਇੱਕ ਬਿਆਨ ਸੀ ਕਿ 40 ਲੱਖ ਟਰੈਕਟਰ ਪਾਰਲੀਮੈਂਟ ਵੱਲ ਲੈ ਕੇ ਜਾਵਾਂਗੇ। ਉਸ ਤੋਂ ਬਾਅਦ ਤੁਹਾਡੇ ਜਿਹੜੇ ਭਾਈਵਾਲ ਨੇ, ਕਿਸਾਨ ਆਗੂ ਨੇ, ਵੱਖੋ ਵੱਖਰੀਆਂ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨਾਲ ਬੜੀ ਨਾਰਾਜ਼ਗੀ ਜਤਾਈ, ਕਹਿੰਦੇ ਕਿ ਟਕੈਤ ਸਾਹਿਬ ਦਾ ਆਪਣਾ ਬਿਆਨ ਹੋ ਸਕਦਾ ਪਰ ਸਾਡਾ ਇਹਦੇ ਨਾਲ ਕੋਈ ਇਤਫਾਕ नहीं। 40 लाख का मतलब ये है कि जो ट्रैक्टर दिल्ली में आए उनसे अलग जो भी हिंदुस्तान में आंदोलन में ट्रैक्टर हिस्सा लेंगे उनकी संख्या इतनी होगी, ये अनुमानित संख्या है। जब भी हम गांव में उसमें जाते हैं तो लोग ट्रैक्टर सब चाहते हैं, तो जब हम ट्रैक्टर का जिक्र करते रहेंगे तो लोग आंदोलन में ट्रैक्टर के साथ में आएंगे। अगर हमने ट्रैक्टर का नाम लेना छोड़ दिया तो लोग बसों में आएंगे। बस में आने वाला आदमी 3 घंटे रुकता है, ट्रैक्टर में आने वाला आदमी 3 दिन रुकता है। तो हमको मूवमेंट को ट्रैक्टर से भी जोड़ कर रखना है। ਤੁਸੀਂ ਇਹ ਨਹੀਂ ਨਾ ਕਿਹਾ ਕਿ ਬਾਰਡਰਾਂ ਤੇ ਆਣਾ, ਤੁਸੀਂ ਕਿਹਾ ਕਿ ਦਿੱਲੀ ਪਾਰਲੀਮੈਂਟ ਤੇ ਜਾਣਾ। नहीं, बॉर्डर के लिए कहा। और ये नहीं कि जो कर्नाटक में ट्रैक्टर चल रहा वो यहाँ पर आएगा, जो भी कॉल करी जाएगी वो ट्रैक्टर से जुड़े लोग उसके। ਇੱਕ ਤੁਸੀਂ ਕਿਹਾ ਸੀ ਕਿ ਫਸਲਾਂ ਇਸ ਵਾਰੀ ਜੇ ਵਾਢੀ ਨਾ ਵੀ ਕਰਨੀ ਪਈ ਤੇ ਫਸਲਾਂ ਵਾਹਣੀ ਪਈ ਤੇ ਵਾਹ ਵੀ ਦੇਵਾਂਗੇ। ਹਰਿਆਣਾ ਦੇ ਵਿੱਚੋਂ ਬੜੀਆਂ ਸਾਹਮਣੇ ਆਈਆਂ ਖਬਰਾਂ ਤੇ ਉਸ ਤੋਂ ਵਿੱਚ ਬਾਅਦ ਕਿਸਾਨਾਂ ਨੇ ਆਪਣੇ ਖੇਤ ਦੇ ਉੱਤੇ ਖੜੀ ਫਸਲ ਦੇ ਉੱਤੇ ਟਰੈਕਟਰ ਵਾਹਣੇ ਸ਼ੁਰੂ ਕਰ ਦਿੱਤੇ। ਉਹ ਬੜਾ ਨੈਗੇਟਿਵ ਇਫੈਕਟ ਗਿਆ ਤੁਹਾਡਾ। ਹਾਲਾਂਕਿ ਤੁਸੀਂ ਕਿਹਾ ਸੀ ਕਿ ਜੇਕਰ ਧਰਨੇ ਦੀ ਲੋੜ ਪਈ ਤਾਂ ਅਸੀਂ ਕੋਲ ਦੇਵਾਂਗੇ, ਹਜੇ ਤੁਹਾਡੀ ਉਹ ਕੋਲ ਨਹੀਂ ਸੀ, ਤੁਸੀਂ ਇੱਕ ਕਿਹਾ ਸੀਗਾ ਉਹਨਾਂ ਨੂੰ, ਪਰ ਉਸ ਤੋਂ ਬਾਅਦ ਕਿਸਾਨਾਂ ਨੇ ਆਪ ਮੁਹਾਰੇ ਜਾ ਕੇ ਖੇਤਾਂ ਦੇ ਵਿੱਚ ਟਰੈਕਟਰ ਫੇਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਕਈਆਂ ਦਾ ਰੋਸ ਵੀ ਸੀਗਾ ਕਿ ਅਸੀਂ ਟਰੈਕਟਰ ਫੇਰਨਾ ਕਿਉਂਕਿ ਸਰਕਾਰ ਨੇ ਸਾਡੀ ਗੱਲ ਨਹੀਂ ਮੰਨੀ। ਤੁਹਾਨੂੰ ਕੀ ਲੱਗਦਾ ਕਿ ਉਸ ਬਿਆਨ ਨੂੰ ਕਾਲੀ ਦੇ ਵਿੱਚ ਦੇਤਾ ਸੀ ਤੁਸੀਂ ਬਿਆਨ, ਜਾਂ ਫਿਰ ਉਸ ਬਿਆਨ ਨੂੰ ਲੋਕਾਂ ਨੇ ਸਹੀ ਤਰੀਕੇ ਨਾਲ नहीं समझा? नहीं, लोगों ने भी ठीक समझा है। ये सरकार ने कहा था, सरकार ने कहा कि जब किसान की फसल कटाई पे आएगी तो किसान आंदोलन छोड़ के फसल पे चला जाएगा। तो किसान ने कहा कि मैं फसल छोड़ दूंगा, आंदोलन नहीं छोड़ दूंगा। ये उसका गुस्सा था, उसकी नाराजगी किसानों की है। हम किसानों की ये कह रहे कि अभी वो टाइम नहीं आया, पूरी गांवों में कमेटियां बन गई हैं। अगर कोई किसान धरने के ऊपर होगा तो उसकी फसल की कटाई गांव की कमेटी करेगी। तो ऐसे नुकसान ना अपना करें, गुस्से में होश में रह के काम करें। इतना गुस्सा और इतना गर्म मिजाजी तो ये तो बर्बाद कर देगा पूरा। जो नौजवान है ये, सरकारों को इससे सीख लेनी चाहिए कि जो नौजवान अपने खेत को डिस्ट्रॉय कर सकता है, उसको ख़त्म कर सकता है, ठीक है, ये क्रांति है एक किस्म की। इसको यहीं शांत करना पड़ेगा और सरकारों को समझना पड़ेगा। ये छोटू राम ने भी कहा था उस टाइम पे 1938 के करीब, सर छोटू राम जी ने भी यही कहा था कि हम कनक को जला देंगे, हम सरकार को नहीं देंगे। तो आज वही किसान क्रांति है, किसान की सरकार बात माने, और जो किसान इस तरह का काम करना चाहते हैं वो अपनी फसल को बर्बाद ना करें। हमारी उनसे बार बार अपील है। वो समय नहीं आया, आएगा तो बताएंगे। अपनी फसल को काटो, अपने घर में रखो, इस पे सबका अधिकार है, इस फसल पे। ये गुस्सा है और सरकार को इसका ज्ञान प्राप्त जरूर हो गया होगा। ਕਹਿੰਦੇ ਨਾ ਕਹਿੰਦੇ ਬਾਕੀ ਸਰਕਾਰਾਂ ਦੇ ਨਾਲ ਵੀ ਤੁਸੀਂ ਆਡਾ ਲਾ ਕੇ ਰੱਖਿਆ, ਪਹਿਲਾਂ ਵੀ ਤੁਸੀਂ ਬਹੁਤ ਅੰਦੋਲਨ ਲੜੇ ਨੇ, ਅੰਦੋਲਨਾਂ ਨਾਲ ਤੁਹਾਡਾ ਪਰਿਵਾਰ ਅੰਦੋਲਨਾਂ ਦੇ ਵਿੱਚੋਂ ਨਿਕਲਿਆ। ਕਹਿੰਦੇ ਤਾਂ ਕਿ ਮੋਦੀ ਹੈ ਤਾਂ ਮੁਮਕਿਨ ਹੈ ਕਿ ਇਸ ਵਾਲੀ ਸਰਕਾਰ ਹੈ ਕਿ ਉਹ ਝੁਕਦਾ ਨਹੀਂ ਹੈਗਾ, ਰਾਸ਼ਟਰ ਸਾਡਾ ਪ੍ਰਧਾਨ ਮੰਤਰੀ ਨਹੀਂ ਝੁਕਦਾ, ਜਿਹੜੀ ਗੱਲ ਉਹਨਾਂ ਨੇ ਕਹਿ ਦਿੱਤੀ ਉਹ ਕਰ ਦੇਣੀ ਹੈ। ਤੁਹਾਨੂੰ ਲੱਗਦਾ ਇਸ ਵਾਰੀ ਤੁਹਾਡੇ ਨਾਲ ਝੁਕਣਗੇ ਉਹ? तो किसान ही क्या कोई उनसे हट रहा, वो कितना लंबा जाएगा?
चलने दो। किसान भी देश में कमजोर नहीं है। बिल वापसी लेने पड़ेंगे, किसानों से बातचीत सरकार को करनी पड़ेगी, एमएसपी पे कानून बनाना पड़ेगा जिससे पूरे देश के किसानों को फायदा होगा। ਜੇ ਰਾਜਨਾਥ ਸਿੰਘ ਆ ਕੇ ਗੱਲਬਾਤ ਲਈ ਵਿੱਚ ਵਿਚੋਲਗੀ ਕਰਦੇ ਨੇ, ਗੱਲਬਾਤ ਕਰਦੇ ਨੇ ਤਾਂ ਮਸਲਾ ਹੱਲ ਹੋ ਸਕਦਾ, ਕਿਉਂਕਿ ਤੁਹਾਡੇ ਭਰਾ ਨੇ ਸ਼ਿਕਾਇਤ ਦਾ ਬਿਆਨ ਹੈ ਕਿ ਜੇਕਰ ਰਾਜਨਾਥ ਸਿੰਘ ਵਿੱਚ ਆਉਂਦੇ ਨੇ ਤਾਂ ਮਸਲੇ ਦਾ ਹੱਲ ਹੋ ਸਕਦਾ। ਤੁਹਾਨੂੰ ਲੱਗਦਾ ਇਦਾਂ ਹੋ ਸਕਦਾ? ये है कि कोई भी आदमी हो उसको फुल फ्लैश पावर देकर भेजो। राजनाथ सिंह जिस टाइम पे थे उनसे काफ़ी चीज़ों का समाधान करा। जब वे मुख्यमंत्री थे तो बहुत सी चीज़ें उन्होंने करी, लेकिन कोई भी हो, मुख्यमंत्री हो या कोई भी मंत्री हो, जब तक उसको फुल फ्लैश पावर नहीं आप दोगे तो काम नहीं करेगा। ਕੋਲ ਫੁੱਲ ਪਾਵਰ ਨਹੀਂ ਹੈਗੀ? नहीं लगता नहीं कि फुल फ्लैश पावर उनको दी गई। अगर फुल पावर होती तो इतना टाइम नहीं लगता। ਜਿਹੜੇ ਪੰਜਾਬ ਦੇ ਲੀਡਰ ਨੇ ਇਸ ਵੇਲੇ ਤੁਹਾਨੂੰ ਸਭ ਮੰਨਦੇ ਨੇ ਕਿ ਜਿਹੜੇ ਰਾਕੇਸ਼ ਟਕੈਤ ਨੇ ਉਹ ਵੱਡੇ ਲੀਡਰ ਬਣਦੇ ਜਾ ਰਹੇ ਨੇ, ਕੀ ਲੱਗਦਾ ਕੀ ਹੈ ਕਿ ਸਿਆਸੀ ਪਾਰੀ ਵੀ ਖੇਡਣ ਦੀ ਤਿਆਰੀ ਹੈ? नहीं, हमारा सियासी सोच से कोई नहीं, और ना हम कोई बड़े लीडर है ना आम लीडर है। इस आंदोलन को गांव का किसान लोग चलाते हैं, उनकी ही उससे ही आंदोलन चलेगा। और हमारे 40 के 40 लोग बराबर, उसमें कोई छोटा बड़ा नहीं है। हमारे लीडर तो वही हैं, सिंघू बॉर्डर ही हमारा ऑफिस है और 40 लोग ही हमारे जत्थेबंदी के वही इस आंदोलन के लीडर हैं। ਸਭ ਤੁਹਾਡੇ ਤੇ ਦੋਸ਼ ਲੱਗਦਾ ਹੈ ਕਿ ਭਾਜਪਾ ਦੇ ਨਾਲ ਵੱਲ ਤੁਹਾਡਾ ਝੁਕਾਅ ਹੈ, ਭਾਜਪਾ ਦੇ ਨਾਲ ਤੁਸੀਂ ਬੜਾ ਨਰਮ ਰਵੱਈਆ ਰੱਖਦੇ ਹੋ, ਇਸ ਦਾ ਕੀ ਕਾਰਨ ਹੈ? ਭਾਜਪਾ ਦੇ ਨਾਲ ਤੁਹਾਨੂੰ ਮਿਲੇ ਜੁਲੇ ਹੋਣ ਦਾ ਇਹ ਦੋਸ਼ ਲੱਗਦਾ ਤੁਹਾਡੇ ਤੇ? नहीं मतलब ਲੋਕ ਕਹਿੰਦੇ ਕਿ ਨਰੇਸ਼ ਟਕੈਤ ਜੀ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਅੰਦਰ ਖਾਤੇ ਦਿਲ ਦੇ ਵਿੱਚ ਰੱਖਦੇ ਨੇ ਕਿ ਭਾਜਪਾ ਪ੍ਰਤੀ ਬਹੁਤ नरम ने। नहीं तो मतलब अगर कैडे करेंगे तो ये जनता क्या हाल करेगी सरकार का? भाई ये तो नरम करने के बावजूद ये हाल कर रही है। अगर इनको कैडा कह दें तो ये क्या हाल कर देंगे? तो इनको तो बहुत नरम से, बहुत प्यार से किसानों से बात करनी पड़ती है कि ज़्यादा गुस्सा ना हो, तो करनी पड़ती है इनसे बात। अगर इनको ज़्यादा कह देंगे तो ये तो बहुत वो स्थिति खराब कर देंगे। तो ये नहीं करनी ना, उसको शांत रखना है, उसको ज़्यादा वैसी बात नहीं करनी किसानों से भी। उससे ਮਹਾਪੰਚਾਇਤਾਂ ਚੱਲ ਰਹੀਆਂ ਨੇ, ਪੰਜਾਬ ਦੇ ਲੀਡਰ ਵੀ ਜਾ ਕੇ ਰਾਜਸਥਾਨ, ਪੰਜਾਬ, ਯੂਪੀ ਦੇ ਵਿੱਚ, ਹਰਿਆਣਾ ਦੇ ਵਿੱਚ ਜਾ ਕੇ ਮਹਾਪੰਚਾਇਤਾਂ ਕਰ ਰਹੇ ਨੇ। ਕੀ ਲੱਗਦਾ ਕਿ ਮਹਾਪੰਚਾਇਤਾਂ ਕਿੰਨਾ ਕੁ ਵੱਡਾ ਰੋਲ ਅਦਾ ਕਰ ਰਹੀਆਂ ਨੇ ਇਹਨਾਂ ਕਿਸਾਨੀ ਅੰਦੋਲਨਾਂ ਦੇ ਵਿੱਚ, ਜਾਂ ਕੀ ਕੁਝ ਰੂਪਰੇਖਾ ਬਦਲ ਸਕਦੀ ਹੈ ਮਹਾਪੰਚਾਇਤਾਂ ਦੇ ਨਾਲ ਕਿਸਾਨੀ ਅੰਦੋਲਨ ਦੀ? पंचायत तो करनी पड़ेगी ना, पूरे देश भर में जाएंगे। अभी कर्नाटक भी जा रहे हैं, उड़ीसा जा रहे हैं, छत्तीसगढ़ जाएंगे, सब जगह जाएंगे, पूरे देश भर में जाएंगे। बंगाल भी जाओगे? बंगाल भी जाएंगे, वहाँ क्या दिक्कत है? वहाँ पे भी किसान को प्रॉब्लम है। एमएसपी पे वहाँ के किसान की भी खरीद नहीं होती, वहाँ पे भी दिक्कत है। ਪੱਛਮੀ ਬੰਗਾਲ 'ਚ ਇਲੈਕਸ਼ਨ ਹੈ, ਇਲੈਕਸ਼ਨ ਕਿੱਦਾਂ ਦੇਖਦੇ ਹੋ? ਭਾਜਪਾ ਕਹਿੰਦੇ ਕਿ ਅਸੀਂ ਇਲੈਕਸ਼ਨ ਜਿੱਤ ਜਾਣਾ, ਉੱਥੇ ਕਿਸਾਨੀ ਅੰਦੋਲਨ ਦਾ ਕੋਈ ਅਸਰ ਹੈ? ਤੁਹਾਨੂੰ ਲੱਗਦਾ ਪੱਛਮੀ ਬੰਗਾਲ ਤੇ ਅਸਰ ਹੋਏਗਾ? हमारा इलेक्शन से कोई मतलब नहीं है, हम किसी के लिए वोट की उसकी बात नहीं हम करते। हमारा तो किसानी का मतलब है, सियासी मामले को इससे दूर रखेंगे हम। ਯੂਪੀ ਦੇ ਵਿੱਚ ਵੀ ਭਾਜਪਾ ਦੇ ਆਗੂਆਂ ਦਾ ਘਰਾਓ ਹੋਣਾ ਸ਼ੁਰੂ ਹੋ ਗਿਆ। ਪੰਜਾਬ ਦੇ ਵਿੱਚ ਤਾਂ ਕਿਤੇ ਵੀ ਭਾਜਪਾ ਆਗੂ ਨਿਕਲਦੇ ਨਾ ਤੇ ਉਹਨਾਂ ਦੀ ਗੱਡੀਆਂ ਦਾ ਘਰਾਓ ਹੋ ਜਾਂਦਾ, ਪੱਥਰਬਾਜ਼ੀ ਵੀ ਹੋ ਜਾਂਦੀ ਹੈ, ਨਾਅਰੇਬਾਜ਼ੀ ਵੀ ਹੋ ਰਹੀ ਹੈ। ਹੁਣ ਯੂਪੀ ਦੇ ਵਿੱਚ ਵੀ ਸ਼ੁਰੂ ਹੋ ਗਿਆ ਇਹ ਕਲਚਰ। ਇਸ ਨੂੰ ਕਿੱਦਾਂ ਦੇਖਦੇ ਹੋ? ਕਿੱਥੋਂ ਤੱਕ ਸਹੀ ਠਹਿਰਾਉਂਦੇ ਇਸ ਕਲਚਰ ਨੂੰ? वो नहीं होना चाहिए, आपस में टकराव हो जाएंगे। और जो सरकार के लोग हैं ये यही चाहते हैं कि आपस में लोग टकराव करें, तो उससे बचना चाहिए हमको। ਅਭੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੋਈ ਵੱਡੀ ਕੋਲ ਨਹੀਂ ਆ ਰਹੀ, ਕਿੱਦਾਂ ਦੇਖਦੇ ਹੋ ਕਿ ਬਹੁਤ ਸਾਰੇ ਲੋਕ ਜਦੋਂ ਅਸੀਂ ਟਰਾਲੀਆਂ ਦੇ ਵਿੱਚ ਜਾਂਦੇ ਆ ਤਾਂ ਇਹ ਗੱਲ ਕਹਿੰਦੇ ਨੇ ਕਿ ਹਜੇ ਕੋਈ ਕੋਲ ਨਹੀਂ ਦੇ ਰਹੇ ਕਿਸਾਨ ਆਗੂ, ਕੋਈ ਕੋਲ ਦੇਣ, ਅਸੀਂ ਉਹਨੂੰ ਕਰਨ ਲਈ ਤਿਆਰ ਆ, ਠੰਡੇ ਬੈਠੇ ਨੇ। ਕੀ ਲੱਗਦਾ ਕਿ ਕਿਤੇ ਠੰਡਾ ਤਾਂ ਨਹੀਂ ਪੈ ਜਾਏਗਾ ਅੰਦੋਲਨ? उनको लंबा अगर मूवमेंट चलाना है तो शांत मूवमेंट चलाना पड़ेगा। जहाँ पर बैठे हैं ये भी एक आंदोलन का हिस्सा है। आप बैठो, अपना काम करो, कोई और जो चीज़ है उसका काम करो, अपने खेत का काम करो। और आप बैठे हुए हो तो वो भी एक आंदोलन का हिस्सा है। जब आप गांव और अपना खेत छोड़ के किसी उद्देश्य के साथ में कहीं आप बैठोगे तो वो एक आंदोलन का हिस्सा है। ਲੱਗਦਾ ਕਿ ਹੁਣ ਅਗਲੀ ਕੋਲ ਕੋਈ ਦੇ ਸਕਦੇ ਨੇ ਕਿਸਾਨ ਆਗੂ? ਗ੍ਰਿਫਤਾਰੀਆਂ, ਖਬਰਾਂ ਆ ਰਹੀਆਂ ਨੇ ਕਿ ਗ੍ਰਿਫਤਾਰੀਆਂ ਵੀ ਉਹ ਦੇ ਸਕਦੇ ਨੇ ਕਿਸਾਨ ਆਗੂ। ਕਿ ਲੱਗਦਾ ਕਿ ਗ੍ਰਿਫਤਾਰੀਆਂ ਦੇਣ ਦਾ ਜੇਕਰ ਇੱਕ ਮੁਹਿੰਮ ਸ਼ੁਰੂ ਹੋ ਜਾਂਦੀ ਹੈ, ਕਿਸਾਨ ਆਗੂ ਜਾ ਕੇ ਗ੍ਰਿਫਤਾਰੀਆਂ ਦੇਣ ਲੱਗ ਜਾਂਦੇ ਨੇ, ਤਾਂ ਕੀ ਲੱਗਦਾ ਕਿ ਅੰਦੋਲਨ ਦੇ ਵਿੱਚ ਜਾਨ ਪੈ ਸਕਦੀ ਹੈ? ये चर्चा चली है वहाँ पे इस तरह की। अभी इसका फाइनल क्या हो गया मेरी नॉलेज में इसका नहीं है अभी। ਤੁਸੀਂ ਹੱਕ ਦੇ ਵਿੱਚੋਂ है जी? ਤੁਸੀਂ ਆਪ हक में है इसके? नहीं वो तो चलो जो भी मोर्चे की कॉल होगी ये सब साथ ही रहते हैं। ਕੀ ਕਹਿਣਾ ਚਾਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਦਰਸ਼ਕ ਵੇਖ ਰਹੇ ਹੋਣਗੇ? ये है कि अपने खेत का काम देखें, अपने घर का काम देखें
और आंदोलन पर निगाह रखें, विचार करें। वैचारिक क्रांति है ये, विचार करें कि जो सरकारों ने करा है सही करा या गलत करा, इस पे बुद्धि से विचार करना चाहिए। सो इस सन राकेश टकैत जिन्हों का कहना है कि ये लड़ाई विचारधारक पद्धर के उत्ते लड़न की जरूरत है, क्योंकि अंदोलन हुण वड्डा हुंदा जा रहा है। दूजे पासे किसान आगू कह रहे हैं कि अगली जिहड़ी रणनीति वो छेती ऐलान दी जाएगी। संयुक्त किसान मोर्चे के वल्लों मीटिंग दे विच तय करके अगली रणनीति ऐलान दी जाएगी, तो उस रणनीति का लोगों के की असर हुंदा है, किवें लोग उस रणनीति दे उत्ते फुल चढ़ाउंदे ने, आने वाले दिनों दे विच साफ हो जाएगा। कैमरामैन दीपक दे नाल मैनूं आनंदप्रीत नूं दो इजाजत। वेखदे रहो प्राइम एशिया टीवी, तुहाडा अपना तुहाडे लई। सत श्री अकाल।